ਨਾਮ ਦਾ ਹੀਰਾ। ਖੋਜਿਆ ਤਾਂ ਬੰਦੇ ਨੇ ਬਹੁਤ ਕੁਝ ਹੈ ਤੇ ਖੋਜਣ ਵਾਲੀ ਬਿਰਤੀ ਵੀ ਪ੍ਰਭੂ ਨੇ ਮਨੁੱਖ ਨੂੰ ਦਿੱਤੀ ਹੈ। ਇਸ ਵਾਸਤੇ ਬੰਦੇ ਨੇ ਸਾਗਰ ਦੇ ਗਹਿਰੇ ਤਲ ਵਿੱਚੋਂ ਮੋਤੀ ਲੱਭੇ ਹਨ। ਪਹਾੜਾਂ ਨੂੰ ਖੋਦ ਕੇ ਬੰਦੇ ਨੇ ਹੀਰਾ, ਸੋਨਾ, ਚਾਂਦੀ, ਤਾਂਬਾ ਲੱਭਿਆ ਹੈ। ਪਰ ਜੀਵਨ ਨੂੰ ਖੋਜ ਕੇ ਪਰਮ ਆਨੰਦ ਪ੍ਰਗਟ ਕਰਨਾ ਮਨੁੱਖ ਭੁੱਲ ਗਿਆ ਹੈ ਕਿ ਇਸ ਜੀਵਨ ਦੀ ਖਾਨ ਵਿੱਚ ਹੈ। ਕਾਸ਼ ਕਿ ਇਹ ਲੱਭੇ ਤੇ ਖੋਜੇ, ਹਰ ਖੋਜੋ ਵੱਡ ਭਾਗਿਓ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਹਨ ਕਿ ਇਹ ਵੱਡੇ ਭਾਗਾ ਵਾਲਿਓ, ਸਾਗਰ ਵਿੱਚੋਂ ਤੂੰ ਬਹੁਤ ਕੁਝ ਲੱਭ ਲਿਆ ਹੈ, ਪਰ ਜੀਵਨ ਰੂਪੀ ਸਾਗਰ ਵਿੱਚ ਤੂੰ ਡੁਬਕੀ ਨਹੀਂ ਮਾਰੀ। ਇਸ ਦੇ ਵਿੱਚ ਵੀ ਬਹੁਤ ਕੁਝ ਪਿਆ ਹੈ ਅਤੇ ਐਸਾ ਹੀਰਾ ਪਿਆ ਹੈ ਜਿਸ ਦੇ ਮਿਲਿਆ ਜਗਤ ਦੇ ਸਾਰੇ ਹੀਰੇ ਫਿੱਕੇ ਪੈ ਜਾਣਗੇ। ਅਜੇ ਉਸ ਹੀਰੇ ਦਾ ਸਾਨੂੰ ਪਤਾ ਨਹੀਂ ਹੈ। ਸਤਸੰਗ ਦੀ ਮਹਿਮਾ ਇਸ ਵਾਸਤੇ ਹੈ ਕਿ ਬੰਦੇ ਨੂੰ ਉਸ ਗੁਪਤ ਨਾਮ, ਉਸ ਗੁਪਤ ਰਸ ਦਾ ਪਤਾ ਲੱਗ ਸਕੇ ਤੇ ਫਿਰ ਉਸ ਦੀ ਪਿਆਸ ਵੀ ਪੈਦਾ ਹੋ ਜਾਏ ਤਾਂ ਕਿ ਉਸ ਦੀ ਪ੍ਰਾਪਤੀ ਲਈ ਚੇਸ਼ਟਾ ਕਰੇ, ਉਦਮ ਕਰੇ। ਸਤਸੰਗ ਦੀ ਇਤਨੀ ਮਹਾਨਤਾ ਹੈ, ਨਾਮ ਰੂਪੀ ਹੀਰੇ ਦਾ ਪਤਾ ਚੱਲ ਸਕੇ। ਇਹ ਸਤਸੰਗ ਹੈ, ਸਤਸੰਗ ਤੋਂ ਬਿਨਾਂ ਪਤਾ ਨਹੀਂ ਚੱਲਦਾ। ਆਮ ਬੰਦਿਆਂ ਨੂੰ ਕੋਈ ਬੋਧ ਨਹੀਂ ਹੈ ਕਿ ਨਾਮ ਵੀ ਕੋਈ ਰਸ ਹੈ, ਪਰਮਾਤਮਾ ਵੀ ਕੋਈ ਆਨੰਦ ਹੈ। ਪਦਾਰਥ ਦਾ ਪਤਾ ਹੈ, ਪਰਮਾਤਮਾ ਦਾ ਪਤਾ ਨਹੀਂ। ਸੰਸਾਰ ਦਾ ਪਤਾ ਹੈ, ਨਿਰੰਕਾਰ ਦਾ ਪਤਾ ਨਹੀਂ ਹੈ। ਤਾਂ ਹੀ ਤੇ ਭਗਤ ਕਬੀਰ ਜੀ ਦੁਖਤ ਹੋ ਕੇ ਕਹਿੰਦੇ ਹਨ ਕਿ ਮੇਰੇ ਕੋਲ ਇੱਕ ਹੀਰਾ ਹੈ ਤੇ ਮੈਂ ਚਾਹੁੰਦਾ ਹਾਂ ਕਿ ਇਹ ਦੂਸਰਿਆਂ ਕੋਲ ਵੀ ਹੋਵੇ ਤੇ ਕਿਸੇ ਨੂੰ ਦੇਵਾਂ। ਪਰ ਕਬੀਰ ਜੀ ਕਹਿੰਦੇ ਹਨ ਕਿ ਇੱਕ ਮਜਬੂਰੀ ਹੈ ਕਿ ਬਾਜ਼ਾਰ ਹੀ ਨਹੀਂ ਹੈ ਜਿੱਥੇ ਬੈਠ ਕੇ ਮੈਂ ਇਹ ਹੀਰਾ ਵੇਚਾਂ। ਬਹੁਤ ਕੀਮਤੀ ਸ਼ਲੋਕ ਭਗਤ ਕਬੀਰ ਜੀ ਦਾ। ਰਾਮ ਪਦਾਰਥ ਪਾਈ ਕੇ ਕਬੀਰਾ ਗਾਠ ਨਾ ਖੋਲ, ਨਹੀਂ ਪਟਨ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਕਬੀਰ ਜੀ ਕਹਿੰਦੇ ਹਨ ਨਹੀਂ ਪਟਨ, ਕੋਈ ਬਾਜ਼ਾਰ ਹੀ ਨਹੀਂ ਹੈ, ਮੈਂ ਕਿੱਥੇ ਵੇਚਾਂ। ਬਾਜ਼ਾਰ ਤਾਂ ਹਨ, ਕਿਧਰੇ ਕੱਪੜਾ ਵਿਕਦਾ ਹੈ, ਕਿਤੇ ਇੱਟਾਂ ਵਿਕਦੀਆਂ ਹਨ, ਕਿਤੇ ਲੱਕੜਾਂ ਵਿਕਦੀਆਂ ਹਨ ਤੇ ਕਿਧਰੇ ਸਬਜ਼ੀ ਮੰਡੀ ਹੈ, ਕਿਧਰੇ ਫਰੂਟ ਮੰਡੀ ਹੈ ਤੇ ਕਿਧਰੇ ਕੋਈ ਹੋਰ ਚੀਜ਼ ਦਾ ਬਾਜ਼ਾਰ ਹੈ। ਪਰ ਜਿਹੜੀ ਚੀਜ਼ ਮੇਰੇ ਕੋਲ ਹੈ ਇਸ ਦਾ ਕੋਈ ਬਾਜ਼ਾਰ ਹੀ ਨਹੀਂ ਹੈ। ਅਗੋਂ ਕਹਿੰਦੇ ਹਨ ਕਿ ਮੈਨੂੰ ਫਿਰ ਮਜਬੂਰਨ ਉੱਥੇ ਬੈਠ ਕੇ ਵੇਚਣਾ ਪੈਂਦਾ ਹੈ ਜਿੱਥੇ ਕੱਪੜਾ ਵਿਕਦਾ ਹੈ, ਲੱਕੜਾਂ, ਪੱਥਰ ਵਿਕਦੇ ਹਨ। ਵਪਾਰੀ ਆਉਂਦੇ ਹਨ ਉੱਥੇ ਕੱਪੜੇ ਦੇ, ਲੱਕੜ ਦੇ, ਪੱਥਰ ਦੇ, ਫਰੂਟ ਦੇ, ਕਿਉਂਕਿ ਬਾਜ਼ਾਰ ਹੀ ਇਨ੍ਹਾਂ ਚੀਜ਼ਾਂ ਦੇ ਹਨ ਤਾਂ ਵਪਾਰੀ ਵੀ ਇਨ੍ਹਾਂ ਹੀ ਚੀਜ਼ਾਂ ਦੇ ਆਉਂਦੇ ਹਨ। ਆਮ ਦੇਖਣ ਵਿੱਚ ਆਇਆ ਹੈ ਕਿ ਗੁਰਪੁਰਬ ਮਨਾਇਆ ਜਾ ਰਿਹਾ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਦਾ। ਆਸਾ ਕੀ ਵਾਰ ਦਾ ਕੀਰਤਨ ਹੋ ਗਿਆ ਤੇ ਸ਼ਬਦ ਦੀ ਵਿਚਾਰ ਹੋ ਗਈ ਹੈ, ਪਰ ਆਮ ਲੋਕਾਂ ਦੀ ਰੁਚੀ ਹੁੰਦੀ ਹੈ ਕਿ ਕੋਈ ਸਪੈਸ਼ਲ ਪ੍ਰੋਗਰਾਮ ਨਹੀਂ ਹੋਇਆ, ਕੋਈ ਟੋਏ ਟੱਪੇ, ਕੋਈ ਗੀਤ ਸੰਗੀਤ, ਆਸਾ ਦੀ ਵਾਰ ਤੇ ਸ਼ਬਦ ਦੀ ਵਿਚਾਰ ਦਾ ਐਵੇਂ ਹੀ ਹੈ। ਤਾਂ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਜਿਤਨਾ ਇਕੱਠ ਹੈ, ਜੇ ਸਾਰਿਆਂ ਦੀ ਰੁਚੀ ਇਸ ਢੰਗ ਨਾਲ ਹੋਵੇ ਤਾਂ ਬਾਜ਼ਾਰ ਨਹੀਂ ਹੈ। ਕਬੀਰ ਜੀ ਕਹਿੰਦੇ ਹਨ ਪਹਿਲੇ ਤਾਂ ਬਾਜ਼ਾਰ ਹੀ ਨਹੀਂ ਹੈ ਤੇ ਜੇ ਮੈਂ ਉਸੇ ਉਪਰੇ ਬਾਜ਼ਾਰ ਵਿੱਚ ਬੈਠ ਜਾਵਾਂ ਜਿੱਥੇ ਆਮ ਪਦਾਰਥ ਵਿਕਦੇ ਹਨ, ਰਾਮ ਨਾਮ ਦਾ ਹੀਰਾ ਨਹੀਂ, ਤਾਂ ਨਹੀਂ ਪਟਨ ਨਹੀਂ ਪਾਰਖੂ, ਕੋਈ ਪਾਰਖੂ ਹੀ ਨਹੀਂ ਹੈ। ਪਾਰਖੂ ਆਖਦੇ ਹਨ ਉੱਥੇ ਲੱਕੜਾਂ ਦੇ, ਕੋਇਲੇ ਦੇ, ਪੱਥਰ ਦੇ, ਕੱਪੜੇ ਦੇ, ਪਰ ਜਿਹੜੀ ਚੀਜ਼ ਮੇਰੇ ਕੋਲ ਹੈ ਉਸ ਦਾ ਕੋਈ ਪਾਰਖੂ ਨਹੀਂ ਹੈ। ਕਬੀਰ ਜੀ ਕਹਿੰਦੇ ਹਨ ਕਿ ਕਦੀ ਕਦਾਈ ਐਸਾ ਵੀ ਹੋ ਜਾਂਦਾ ਹੈ ਕਿ ਕੋਈ ਪਾਰਖੂ ਵੀ ਆ ਜਾਂਦਾ ਹੈ। ਉਸ ਨੂੰ ਪਤਾ ਹੈ ਕਿ ਰਾਮ ਨਾਮ ਕੀ ਹੈ, ਉਸ ਨੂੰ ਪਤਾ ਹੈ ਕਿ ਜਗਤ ਦਾ ਰਸ ਕੁਛ ਵੀ ਨਹੀਂ ਤੇ ਇਤਨਾ ਵੀ ਪਤਾ ਹੈ ਕਿ ਨਾਮ ਰਸ ਇਸ ਤੋਂ ਉੱਚਾ ਹੈ। ਪਰ ਕਬੀਰ ਜੀ ਕਹਿੰਦੇ ਹਨ ਕਿ ਉਹ ਗਾਹਕ ਨਹੀਂ ਹੈ, ਖਰੀਦਦਾਰ ਨਹੀਂ ਹੈ। ਅਜੇ ਸੰਸਾਰ ਦੀ ਪਕੜ ਹੈ। ਬੜੇ ਬੜੇ ਗਿਆਨੀ ਦਾਰਸ਼ਨਿਕ ਮਿਲਦੇ ਹਨ, ਅਰਥ ਬੋਧ ਦਾ ਵੀ ਪਤਾ ਹੈ, ਬਾਣੀ ਜੋ ਕੁਝ ਕਹਿ ਰਹੀ ਹੈ ਉਸ ਦਾ ਵੀ ਪਤਾ ਹੈ, ਪਰ ਜੋ ਕੁਝ ਕਹਿ ਰਹੀ ਹੈ ਉਸ ਦੇ ਖਰੀਦਦਾਰ ਨਹੀਂ ਹਨ। ਪਾਰਖੂ ਤਾਂ ਬਹੁਤ ਹੈ, ਕਹਿ ਦੇਣਗੇ ਕਿ ਇੱਥੇ ਤੂੰ ਸਿਹਾਰੀ ਨਹੀਂ ਲਿਆਈ, ਇੱਥੇ ਤੂੰ ਵਿਸ਼ਰਾਮ ਨਹੀਂ ਦਿੱਤਾ, ਇੱਥੇ ਤੇਰੀ ਤਰਜੇ ਬਿਆਨ ਨਹੀਂ ਠੀਕ ਹੈ। ਪਾਰਖੂ ਤਾਂ ਬਹੁਤ ਹਨ ਪਰ ਖਰੀਦਦਾਰ ਨਹੀਂ ਹਨ। ਤਾਂ ਹੀ ਤਾਂ ਕਬੀਰ ਗਿਲਾ ਪਏ ਕਰਦੇ ਹਨ ਕਿ ਪਹਿਲੇ ਤਾਂ ਕੋਈ ਬਾਜ਼ਾਰ ਨਹੀਂ ਤੇ ਜੇ ਕਿਸੇ ਹੋਰ ਬਾਜ਼ਾਰ ਵਿੱਚ ਬੈਠ ਜਾਈਏ ਤਾਂ ਕੋਈ ਪਾਰਖੂ ਨਹੀਂ, ਤੇ ਜੇ ਕੋਈ ਪਾਰਖੂ ਆ ਜਾਵੇ ਤਾਂ ਖਰੀਦਦਾਰ ਹੀ ਨਹੀਂ ਹੈ।
ਤੇ ਅੱਗੇ ਕਬੀਰ ਜੀ ਕਹਿੰਦੇ ਹਨ ਕਿ ਕਦੇ ਕੋਈ ਐਸਾ ਵੀ ਖੁਸ਼ਕਿਸਮਤ ਦਿਹਾੜਾ ਆ ਜਾਂਦਾ ਹੈ, ਕੋਈ ਖਰੀਦਦਾਰ ਵੀ ਆ ਜਾਂਦਾ ਹੈ, ਉਹ ਪਾਰਖੂ ਵੀ ਹੈ, ਗਾਹਕ ਵੀ ਹੈ, ਪਰ ਕਹਿੰਦੇ ਹਨ ਕਿ ਬਦਕਿਸਮਤੀ ਹੈ ਕਿ ਉਹ ਮੁੱਲ ਨਹੀਂ ਦੇਣਾ ਚਾਹੁੰਦਾ, ਨਹੀਂ ਗਾਹਕ ਨਹੀਂ ਮੋਲ। ਇਸ ਵਾਸਤੇ ਫਿਰ ਸੌਦਾ ਨਹੀਂ ਬਣਦਾ। ਖਰੀਦਦਾਰ ਤਾਂ ਹੈ, ਲੈਣਾ ਵੀ ਚਾਹੁੰਦਾ ਹੈ, ਪਰ ਬਦਲੇ ਵਿੱਚ ਕੁਝ ਮੁੱਲ ਦੇਣਾ ਨਹੀਂ ਚਾਹੁੰਦਾ। ਅੰਮ੍ਰਿਤ ਦਾ ਰਸ ਮਾਣਨਾ ਚਾਹੁੰਦਾ ਹੈ, ਪਰ ਸ਼ਰਾਬ ਦਾ ਰਸ ਵੀ ਨਹੀਂ ਛੱਡਣਾ ਚਾਹੁੰਦਾ। ਨਾਮ ਦਾ ਰਸ ਮਾਣਨਾ ਚਾਹੁੰਦਾ ਹੈ, ਪਰ ਵਿਕਾਰਾਂ ਦਾ ਰਸ ਵੀ ਨਹੀਂ ਛੱਡਣਾ ਚਾਹੁੰਦਾ। ਪਰਮਾਤਮਾ ਨਾਲ ਜੁੜਨਾ ਚਾਹੁੰਦਾ ਹੈ, ਪਰ ਯਾਰੀ ਝੂਠੀਆਂ ਦੀ ਵੀ ਨਹੀਂ ਛੱਡਣਾ ਚਾਹੁੰਦਾ, ਮੁੱਲ ਨਹੀਂ ਦੇਣਾ ਚਾਹੁੰਦਾ। ਕਬੀਰ ਜੀ ਕਹਿੰਦੇ ਹਨ ਕਿ ਪ੍ਰੀਤਮ ਕੋਈ ਬਾਜ਼ਾਰ ਹੀ ਨਹੀਂ, ਮੈਂ ਰੱਬ ਦੀ ਗੱਲ ਕਿੱਥੇ ਕਰਾਂ, ਕੋਈ ਸੁਣਨ ਨੂੰ ਤਿਆਰ ਨਹੀਂ ਹੈ। 10 ਨੌਜਵਾਨ ਜਿੱਥੇ ਬੈਠੇ ਹੋਣ, ਫਿਲਮ ਐਕਟਰਾਂ ਦੀ ਚਰਚਾ ਕਰਨਗੇ, ਕ੍ਰਿਕਟ ਦੀ ਚਰਚਾ ਕਰਨਗੇ। 10 ਬੁੱਢੇ ਜਿੱਥੇ ਬੈਠੇ ਹੋਣ, ਰਾਜਨੀਤੀ ਦੀ ਚਰਚਾ ਕਰਨਗੇ। ਗੁਰਦੁਆਰੇ ਵੜਦਿਆਂ ਪਹਿਲੇ ਅਖਬਾਰ ਲੱਭਣਗੇ, ਬਈ ਪੁਰਖਾ ਪਹਿਲੇ ਕੀਰਤਨ ਸੁਣ ਲੈ, ਕਥਾ ਸੁਣ ਲੈ, ਫਿਰ ਪੜ੍ਹ ਲਈ ਅਖਬਾਰ। ਸਾਰਾ ਦਿਨ ਪਿਆ ਹੈ। ਅਖਬਾਰ ਪੜ੍ਹ ਕੇ ਜਿਹਨੇ ਪਹਿਲੇ ਹੀ ਆਪਣਾ ਮਨ ਖਿੰਡਾ ਲਿਆ, ਹੁਣ ਮੁਸ਼ਕਿਲ ਹੈ ਇਸਦਾ ਮਨ ਕੀਰਤਨ ਵਿੱਚ ਜੁੜੇ। ਬਾਅਦ ਵਿੱਚ ਪੜ੍ਹ ਲਵੀਂ, ਸੰਸਾਰ ਦੀ ਗੱਲ ਹੈ। ਪਹਿਲੇ ਸਵੇਰੇ ਸਵੇਰੇ ਤੇਰਾ ਮਨ ਤਾਜ਼ਾ ਹੈ, ਸਰੀਰ ਤਾਜ਼ਾ ਹੈ, ਨਿਰੰਕਾਰ ਦੀ ਗੱਲ ਸੁਣ ਲੈ। ਪਰ ਹੁਣ ਤਾਂ ਸਵੇਰ ਉੱਠਦਿਆਂ ਨਿਤਨੇਮ ਹੀ ਅਖਬਾਰ ਦਾ ਹੈ। ਮੈਂ ਬੜੇ ਰਾਜਨੀਤੀ ਦੇਖੇ ਹਨ ਆਪਣੀ ਕੌਮ ਤੇ, ਹੈਰਾਨਗੀ ਹੋਈ ਜਿਨ੍ਹਾਂ ਦੇ ਹੱਥ ਵਿੱਚ ਸਵੇਰੇ ਸਵੇਰੇ ਗੁਟਕਾ ਹੋਣਾ ਚਾਹੀਦਾ ਸੀ, ਉਹਨਾਂ ਦੇ ਹੱਥ ਵਿੱਚ ਅਖਬਾਰਾਂ ਹੀ ਹੁੰਦੀਆਂ ਹਨ, ਉਹਨਾਂ ਦਾ ਹੀ ਨਿਤਨੇਮ ਕਰਦੇ ਹਨ। ਕਬੀਰ ਜੀ ਕਹਿੰਦੇ ਹਨ ਕਿ ਮੈਂ ਕਿੱਥੇ ਧਰਮ ਦੀ ਗੱਲ ਕਰਾਂ, ਕੋਈ ਬਾਜ਼ਾਰ ਹੀ ਨਹੀਂ ਹੈ, ਕੋਈ ਸੁਣਨ ਨੂੰ ਤਿਆਰ ਹੀ ਨਹੀਂ ਹੈ। ਤੇ ਜੇ ਮੈਂ ਗੱਲ ਕਰ ਦਿਆਂ ਤਾਂ ਕੋਈ ਪਾਰਖੂ ਹੀ ਨਹੀਂ ਹੈ, ਤੇ ਜੇ ਕੋਈ ਪਾਰਖੂ ਆ ਜਾਏ ਤਾਂ ਉਹ ਖਰੀਦਦਾਰ ਹੀ ਨਹੀਂ ਹੈ, ਤੇ ਜੇ ਕੋਈ ਖਰੀਦਦਾਰ ਵੀ ਆ ਜਾਏ ਤਾਂ ਉਹ ਮੁੱਲ ਨਹੀਂ ਦੇਣਾ ਚਾਹੁੰਦਾ। ਮੁੱਲ ਤਾਂ ਇਹ ਮਨ ਹੈ, ਮੁੱਲ ਤਾਂ ਆਪਣੇ ਇਹ ਵਿਚਾਰ ਹਨ, ਮੁੱਲ ਤਾਂ ਆਪਣਾ ਅਹੰਕਾਰ ਹੈ, ਤੇ ਕੋਈ ਮੁੱਲ ਦੇਣ ਨੂੰ ਤਿਆਰ ਨਹੀਂ ਹੈ। ਆਪ ਇਸ ਵਾਸਤੇ ਹੀ ਕਹਿੰਦੇ ਹਨ, ਰਾਮ ਪਦਾਰਥ ਪਾਈ ਕੇ ਕਬੀਰਾ ਕਾਠ ਨਾ ਖੋਲ। ਕਾਨੂੰ ਇਹ ਗਠੜੀ ਖੋਲਦਾ ਹੈ, ਆਪਣੇ ਆਪ ਨੂੰ ਕਹਿੰਦੇ ਹਨ ਇਸ ਵਿੱਚ ਜੋ ਕੁਝ ਹੈ ਉਸ ਦੇ ਕੋਈ ਪਾਰਖੂ ਨਹੀਂ, ਕੋਈ ਖਰੀਦਦਾਰ ਨਹੀਂ ਹੈ, ਕੋਈ ਮੁੱਲ ਦੇਣ ਨੂੰ ਤਿਆਰ ਨਹੀਂ ਹੈ। ਨਾਮ ਦਾ ਹੀਰਾ ਸੰਤ ਮਸਕੀਨ ਜੀ ਦੀ ਪੁਸਤਕ ਵਿੱਚੋਂ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਇਹ ਵਿਚਾਰ ਆਪ ਜੀ ਦੇ ਨਾਲ ਪ੍ਰਗਟ ਕੀਤੀ ਹੈ। ਆਪ ਜੀ ਅੱਗੇ ਅਰਜ਼ੋਈ ਹੈ ਕਿ ਇਸ ਸ਼ਬਦ ਵਿਚਾਰ ਨੂੰ, ਇਸ ਨਾਮ ਦੇ ਹੀਰੇ ਨੂੰ ਆਪ ਅੱਗੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਜੀ। ਆਪਣੇ ਰਿਸ਼ਤੇਦਾਰਾਂ, ਸਗੇ ਸੰਬੰਧੀਆਂ, ਮਿੱਤਰਾਂ ਨੂੰ ਇਹ ਸ਼ਬਦ ਵਿਚਾਰ, ਇਹ ਸਾਖੀਆਂ ਅੱਗੇ ਸ਼ੇਅਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।